ਸਤਨਾਮ। ਵਾਹਿਗੁਰੂ ਸਾਹਿਬ ਜੀ। ਸੂਹੀ ਮਹਿਲਾ ਪਹਿਲਾ। ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜਿਉ। ਤੁਧੇ ਅੰਤਰ ਹਉ ਸੁਖ ਵਸਾ, ਤੂੰ ਅੰਤਰ ਸ਼ਾਬਾਸ ਜਿਉ। ਭਾਣੈ ਤਖਤ ਵਡਾਈਆਂ, ਭਾਣੈ ਭੀਖ ਉਦਾਸ ਜਿਉ। ਭਾਣੈ ਥਲ ਸਿਰ ਸਰ ਵਹੈ, ਕਮਲ ਫੂਲੈ ਆਕਾਸ਼ ਜਿਉ। ਭਾਣੈ ਭਵ ਜਲ ਲੰਘੀਐ, ਭਾਣੈ ਮੰਝ ਭਰੀਆਸ ਜਿਉ। ਭਾਣੈ ਸੋ ਸ਼ਹਿ ਰੰਗਲਾ, ਸਿਫਤ ਰਤਾ ਗੁਣ ਤਾਸ ਜਿਉ। ਭਾਣੈ ਸ਼ੈ ਪੀਹਾਵਲਾ, ਹਉ ਆਵਣ ਜਾਣ ਮੁਈਆਸ ਜਿਉ। ਤੂੰ ਸ਼ਹਿ ਅਗੰਮ ਅਤੋਲਵਾ, ਹਉ ਕਹਿ ਕਹਿ ਢਹਿ ਪਈਆਸ ਜਿਉ। ਕਿਆ ਮੰਗੋ ਕਿਆ ਕਹਿ ਸੁਣੀ, ਮੈਂ ਦਰਸ਼ਨ ਭੂਖ ਪਿਆਸ ਜਿਉ। ਗੁਰ ਸ਼ਬਦੀ ਸ਼ਹਿ ਪਾਇਆ, ਸਚ ਨਾਨਕ ਕੀ ਅਰਦਾਸ ਜਿਉ। ਗੁਰ ਸ਼ਬਦੀ ਸ਼ਹਿ ਪਾਇਆ, ਸਚ ਨਾਨਕ ਕੀ ਅਰਦਾਸ ਜਿਉ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਗੁਰਬਾਣੀ ਦੇ ਵਿੱਚੋਂ ਆਪ ਜੀ ਨੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ। ਰਾਗ ਸੂਹੀ ਦੇ ਅੰਦਰ ਦਰਜ ਅੰਗ 762 ਤੇ ਸੁਭਾਇਮਾਨ ਸੁਚੱਜੀ ਸਿਰਲੇਖ ਦੇ ਹੇਠ ਉਚਾਰਨ ਕੀਤਾ ਗਿਆ ਸ਼ਬਦ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਸੁਚੱਜੀ ਸਿਰਲੇਖ ਜੋ ਇੱਕ ਔਰਤ ਦੇ ਲਈ ਵਰਤਿਆ ਜਾਂਦਾ ਹੈ, ਜਿਸ ਦਾ ਜੀਵਨ ਬੜਾ ਸੁਚੱਜਾ ਹੈ, ਉਸ ਨੂੰ ਗੁਰੂ ਮਹਾਰਾਜ ਗੁਰਮੁਖ ਦੇ ਰੂਪ ਵਿੱਚ ਇੱਥੇ ਸਾਡੇ ਸਾਹਮਣੇ ਰੱਖ ਰਹੇ ਹਨ। ਜਿਵੇਂ ਕਿ ਮੈਂ ਜ਼ਿਕਰ ਕੀਤਾ ਸੀ, ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹਾਂ
ਕਿ ਗੁਰਦੇਵ ਦੇ ਸਾਹਮਣੇ ਮਨੁੱਖ ਦਾ ਜੀਵਨ ਦੋ ਤਰ੍ਹਾਂ ਦਾ ਹੀ ਹੈ। ਇੱਕ ਮਨਮੁਖੀ ਜੀਵਨ, ਇੱਕ ਗੁਰਮੁਖੀ ਜੀਵਨ। ਮਨਮੁਖੀ ਜੀਵਨ ਦੀ ਵਿਆਖਿਆ ਵੀ ਸਤਿਗੁਰੂ ਜੀ ਨੇ ਅਨੇਕ ਰੂਪਾਂ ਤੇ ਅਨੇਕ ਢੰਗਾਂ 'ਚ ਕੀਤੀ ਹੈ ਅਤੇ ਗੁਰਮੁਖੀ ਜੀਵਨ ਦੀ ਵਿਆਖਿਆ ਵੀ ਅਨੇਕ ਰੂਪਾਂ ਤੇ ਅਨੇਕ ਢੰਗਾਂ 'ਚ ਕੀਤੀ ਹੈ। ਜਦੋਂ ਪਵਿੱਤਰ ਬਾਣੀ ਪੜ੍ਹਦੇ ਹਾਂ, ਕਿਤੇ ਸਤਿਗੁਰੂ ਜੀ ਮਨਮੁਖ ਨੂੰ ਕੁਚੱਜਾ ਆਖਦੇ ਹਨ, ਕਿਤੇ ਮਨਮੁਖ ਨੂੰ ਕੁਰੂਪ ਆਖਦੇ ਹਨ ਤੇ ਕਿਤੇ ਮਨਮੁਖ ਨੂੰ ਕੁਸੋਹਣਾ ਵੀ ਆਖਦੇ ਹਨ। ਤੇ ਬਾਣੀ ਦੇ ਵਿੱਚ ਕਈ ਜਗ੍ਹਾ ਤੇ ਮਨਮੁਖ ਨੂੰ ਪਿਹਾਵਲਾ ਭਾਵ ਸੰਘਣਾ ਤੇ ਡਰਾਣਾ ਜੰਗਲ ਵੀ ਆਖਿਆ ਹੈ। ਇਵੇਂ ਹੀ ਗੁਰਮੁਖ ਦੀ ਜਦੋਂ ਗੱਲ ਸਤਿਗੁਰੂ ਜੀ ਨੇ ਕੀਤੀ ਤਾਂ ਗੁਰਮੁਖ ਨੂੰ ਸਤਿਗੁਰੂ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਸੋਹਣਾ, ਸੁਹਾਗਣ, ਸੁਚੱਜੀ ਜਾਂ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਗੁਰਮੁਖ ਨੂੰ ਹੰਸ ਦੇ ਨਾਲ ਵੀ ਤੁਲਨਾ ਦਿੱਤੀ ਹੈ। ਇਹ ਸਤਿਗੁਰੂ ਜੀ ਦੇ ਕਹਿਣ ਦਾ ਇੱਕ ਢੰਗ ਹੈ। ਅਸਲ 'ਚ ਸਾਡੇ ਸਾਹਮਣੇ ਇਸ ਗੱਲ ਨੂੰ ਉਭਾਰਨਾ ਹੈ ਕਿ ਮਨਮੁਖ ਅਤੇ ਗੁਰਮੁਖ ਦੇ ਜੀਵਨ ਵਿੱਚ ਫਰਕ ਕੀ ਹੈ। ਦੋਵਾਂ ਦੇ ਅੰਤਰ ਨੂੰ ਸਾਡੇ ਸਾਹਮਣੇ ਰੱਖ ਕੇ ਅਤੇ ਸਾਨੂੰ ਪ੍ਰੇਰਿਤ ਕਰਨਾ ਹੈ ਕਿ ਭਾਈ ਤੂੰ ਉਦਮ ਕਰ ਕਿ ਤੂੰ ਗੁਰਮੁਖਾਂ ਵਾਲਾ ਜੀਵਨ ਜੀਉ ਸਕੇ। ਸੋ ਸਤਿਗੁਰੂ ਜੀ ਨੇ ਇਹ ਜੋ ਸਿਰਲੇਖ ਵਰਤਿਆ ਹੈ ਸੁਚੱਜੀ, ਆਓ ਇਸ ਹੇਠ ਜੋ ਬਚਨ ਦਰਜ ਕੀਤੇ ਹਨ ਉਸ ਨੂੰ ਸਮਝਦੇ ਹਾਂ। ਇੱਕ ਵਾਰ ਬੜੇ ਪਿਆਰ ਨਾਲ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ, ਪਿਆਰ ਸਹਿਤ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਚੱਜੀ ਸਿਰਲੇਖ ਵਰਤਦੇ ਹਨ, ਜਿਸ ਦਾ ਭਾਵ ਹੈ ਚੰਗੇ ਜੀਵਨ ਵਾਲਾ, ਸੁਚੱਜੀ ਜੀਵਨ ਜਾਚ ਵਾਲਾ, ਜਿਸ ਨੂੰ ਪਵਿੱਤਰ ਬਾਣੀ ਵਿੱਚ ਗੁਰਦੇਵ ਨੇ ਗੁਰਮੁਖ ਵੀ ਆਖਿਆ ਹੈ। ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਗੁਰਮੁਖ ਤੋਂ ਵਧੀਆ ਜੀਵਨ ਵਾਲਾ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਹੈ। ਇੱਕ ਬਚਨ ਬਾਣੀ 'ਚ ਪੜ੍ਹਨ ਨੂੰ ਮੈਨੂੰ ਮਿਲਿਆ, ਉਸ ਬਚਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿੰਨੇ ਵੀ ਕੁਦਰਤ ਵਾਲੇ ਨੇ ਤੱਤ ਪੈਦਾ ਕੀਤੇ ਹਨ, ਜਿਸ ਵਿੱਚ ਪੌਣ, ਪਾਣੀ, ਅੱਗ, ਧਰਤੀ, ਇਹ ਸਾਰੇ ਤੱਤਾਂ ਨੂੰ ਵੀ ਸਤਿਗੁਰ ਨੇ ਗੁਰਮੁਖ ਆਖਿਆ ਹੈ। ਇੱਕ ਬਚਨ ਬਾਣੀ ਵਿੱਚ ਐਸਾ ਵੀ ਆਉਂਦਾ ਹੈ। ਸੋ ਇਹਨਾਂ ਨੂੰ ਤੱਤਾਂ ਨੂੰ ਗੁਰਮੁਖ ਕਿਉਂ ਆਖਿਆ? ਕਿਉਂਕਿ ਇਹਨਾਂ ਦੇ ਪਰਥਾਏ ਬਾਣੀ ਦੇ ਵਿੱਚ ਸਤਿਗੁਰੂ ਨੇ ਇਹ ਗੱਲ ਕਹੀ ਹੈ ਕਿ ਇਹ ਉਸ ਵਾਹਿਗੁਰੂ ਦੇ ਭਾਣੇ ਦੇ ਵਿੱਚ ਹਨ। ਜਿਵੇਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਪੌਣ ਵੀ ਉਹਦੇ ਭਾਣੇ ਦੇ ਵਿੱਚ ਹੈ, ਅੱਗ ਵੀ ਉਹਦੇ ਭਾਣੇ ਦੇ ਵਿੱਚ ਹੈ ਅਤੇ ਮਿੱਟੀ ਧਰਤੀ ਵੀ ਉਹਦੇ ਭਾਣੇ ਦੇ ਵਿੱਚ ਹੈ। ਇਸ ਕਰਕੇ ਸਤਿਗੁਰੂ ਨੇ ਇਹਨਾਂ ਨੂੰ ਵੀ ਬਾਣੀ ਦੇ ਵਿੱਚ ਗੁਰਮੁਖ ਕਿਹਾ ਹੈ। ਸੋ ਗੁਰਮੁਖ ਦੀਆਂ ਨਿਸ਼ਾਨੀਆਂ ਪਵਿੱਤਰ ਬਾਣੀ 'ਚ ਕਈ ਰੂਪਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖੀਆਂ ਹਨ। ਜੇ ਗੁਰਮੁਖ ਬਾਰੇ ਵਿਸਤਾਰ ਸਹਿਤ ਪੜ੍ਹਨਾ ਹੈ ਤਾਂ ਸਿੱਧ ਗੋਸ਼ਟ ਬਾਣੀ ਨੂੰ ਪੜ੍ਹੀਏ। ਸਿੱਧ ਗੋਸ਼ਟ ਬਾਣੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਧਾਂ ਦੇ ਸਾਹਮਣੇ ਗੁਰਮੁਖ ਦੀ ਉਹ ਉੱਚ ਵਿਆਖਿਆ ਕੀਤੀ ਹੈ, ਜਿਸ ਨੂੰ ਸਿੱਧ ਸੁਣ ਕੇ ਤੇ ਸਮਝ ਕੇ ਇਹ ਗੱਲ ਕਹਿ ਉੱਠੇ ਸਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਾਰਨ ਕਿਉਂਕਿ ਸਿੱਧਾਂ ਦੀ ਸੁਰਤ ਵਿੱਚ ਇਹ ਗੱਲ ਪੱਕੀ ਕੀਤੀ ਗਈ ਸੀ ਕਿ ਸਿੱਧ ਤੋਂ ਉੱਪਰ ਹੋਰ ਕੋਈ ਚੀਜ਼ ਨਹੀਂ ਹੈ। ਤੁਸੀਂ ਵੇਖੋ, ਲੋਕ ਸਿੱਧ ਤੇ ਜੋਗ ਧਾਰਨ ਕਰਨ ਦੇ ਲਈ ਆਪਣੇ ਮਾਂ-ਬਾਪ ਛੱਡ ਦਿੰਦੇ ਸਨ, ਆਪਣਾ ਪਰਿਵਾਰ ਛੱਡ ਦਿੰਦੇ ਸਨ, ਆਪਣੇ ਬੱਚੇ ਛੱਡ ਦਿੰਦੇ ਸਨ। ਕਿੰਨੇ ਲੋਕਾਂ ਨੇ ਆਪਣਾ ਪਰਿਵਾਰ ਤੇ ਆਪਣਾ ਜਾਇਦਾਦ ਛੱਡ ਕੇ ਸਿੱਧ ਅਤੇ ਜੋਗ ਨੂੰ ਧਾਰਨ ਕਰਨ ਦੇ ਲਈ ਜੰਗਲੀ ਜੀਵਨ ਜੀਵਿਆ। ਕਿੰਨਾ ਸਮਾਂ ਉਹ ਇਹਦੇ ਵਿੱਚ ਰਹੇ। ਭਾਵ ਆਮ ਸਮਾਜ ਦੇ ਵਿੱਚ ਇਹ ਇੱਕ ਧਾਰਨਾ ਬਣ ਗਈ ਸੀ ਕਿ ਸਿੱਧ ਤੋਂ ਉੱਪਰ ਹੋਰ ਕੋਈ ਨਹੀਂ ਹੈ, ਜੋਗ ਤੋਂ ਉੱਪਰ ਹੋਰ ਕੋਈ ਨਹੀਂ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੋਗੀਆਂ ਦੇ ਸਾਹਮਣੇ, ਸਿੱਧਾਂ ਦੇ ਸਾਹਮਣੇ ਗੁਰਮੁਖ ਦੀ ਵਿਆਖਿਆ ਕੀਤੀ ਤੇ ਉਹਨਾਂ ਨੂੰ ਇਉਂ ਮਹਿਸੂਸ ਹੋਇਆ
ਕਿ ਸ਼ਾਇਦ ਅਸੀਂ ਜਿਸ ਸਿੱਧ ਅਸੀਂ ਅਤੇ ਜਿਸ ਯੋਗ ਮਤ ਨੂੰ ਸਮਝ ਰਹੇ ਸਾਂ ਕਿ ਇਹ ਸਭ ਤੋਂ ਸ੍ਰੇਸ਼ਟ ਹੈ, ਇਹਦੇ ਤੋਂ ਵੀ ਕੋਈ ਚੀਜ਼ ਸ੍ਰੇਸ਼ਟ ਹੈ, ਇਹਦੇ ਤੋਂ ਵੀ ਕੋਈ ਚੀਜ਼ ਉੱਚੀ ਹੈ, ਉਹ ਹੈ ਗੁਰਮੁਖ। ਇਸੇ ਕਰਕੇ ਉਹ 100 ਸਾਲ ਦੇ ਸਿੱਧ, ਜਿਨ੍ਹਾਂ ਦੇ ਮਗਰ ਪਤਾ ਨਹੀਂ ਕਿੰਨੇ ਉਹਨਾਂ ਦੇ ਚੇਲੇ ਤੇ ਕਿੰਨਾ ਕਿ ਉਹਨਾਂ ਦੇ ਸ਼ਰਧਾਲੂ ਸਨ, ਉਹ ਕੁਝ ਹੀ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਢਹਿ ਪਏ। ਉਹਨਾਂ ਦੀ ਉਹ ਵਾਰਤਾਲਾਪ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਲਿਖੀ ਹੈ। ਉਹਨੂੰ ਪੜ੍ਹ ਕੇ ਦਿਲ ਨੂੰ ਇੱਕ ਸਕੂਨ ਮਿਲਦਾ ਹੈ ਕਿ ਮੇਰੇ ਸੱਚੇ ਸਾਹਿਬ ਨੇ ਕਿਹੋ ਜਿਹੀ ਵਿਆਖਿਆ ਉਹਨਾਂ ਦੇ ਸਾਹਮਣੇ ਗੁਰਮੁਖ ਦੀ ਕੀਤੀ ਹੋਏਗੀ ਕਿ ਇੱਕ ਬੰਦਾ ਜਿਹੜਾ 100 ਸਾਲ ਇੱਕ ਜੀਵਨ ਜਾਚ ਨੂੰ ਅਪਣਾ ਕੇ ਚੱਲ ਰਿਹਾ ਸੀ। ਮੈਂ 100 ਸਾਲ ਕਿਉਂ ਕਹਿ ਰਿਹਾ ਹਾਂ? ਕਿਉਂਕਿ ਸਿੱਧਾਂ ਨੂੰ ਜਦੋਂ ਗੁਰੂ ਨਾਨਕ ਸਾਹਿਬ ਮਿਲੇ ਤੇ ਉਹ ਗੁਰੂ ਨਾਨਕ ਸਾਹਿਬ ਨੂੰ ਬਾਲਾ ਕਹਿੰਦੇ ਸਨ। ਬਾਲਾ ਦਾ ਭਾਵ ਹੈ ਬੱਚਾ। ਉਹ ਆਪ ਬਜ਼ੁਰਗ ਸਨ, ਉਹ ਗੁਰੂ ਨਾਨਕ ਸਾਹਿਬ ਨੂੰ ਬੱਚਾ ਕਹਿੰਦੇ ਸਨ। ਉਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ। ਮੁੱਢਲੀ ਜਿਹੜਾ ਉਹਨਾਂ ਦਾ ਗੱਲਬਾਤ ਗੁਰੂ ਨਾਨਕ ਸਾਹਿਬ ਨਾਲ ਹੋਈ, ਉਹਦੇ 'ਚੋਂ ਗੁਰੂ ਨਾਨਕ ਸਾਹਿਬ ਨੂੰ ਵਾਰ-ਵਾਰ ਬਾਲਾ ਜਾਂ ਬੱਚਾ ਕਹਿੰਦੇ ਸਨ। ਪਰ ਜਿਵੇਂ ਜਿਵੇਂ ਗੱਲ ਅੱਗੇ ਵੱਧਦੀ ਗਈ, ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਮਝਾਉਂਦੇ ਗਏ। ਉਹ ਇੱਥੇ ਆ ਗਏ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੋ ਇੱਥੋਂ ਅੰਦਾਜ਼ਾ ਲੱਗਦਾ ਹੈ, ਇੱਥੋਂ ਇਹ ਸੋਝ ਪੈਂਦੀ ਹੈ ਕਿ ਸਤਿਗੁਰ ਨੇ ਗੁਰਮੁਖ ਦੀ ਕੈਸੀ ਵਿਆਖਿਆ ਬਾਣੀ 'ਚ ਕੀਤੀ। ਸੋ ਮੈਂ ਬੇਨਤੀ ਕਰ ਰਿਹਾ ਸਾਂ, ਅਸੀਂ ਉਸ ਰਸਤੇ ਤੇ ਚੱਲ ਰਹੇ ਹਾਂ, ਮੈਂ ਉਸ ਰਸਤੇ ਤੇ ਚੱਲ ਰਹੇ ਹਾਂ, ਤੁਸੀਂ ਉਸ ਰਸਤੇ ਤੇ ਚੱਲ ਰਹੇ ਹਾਂ ਜਿਸ ਦੀ ਮੰਜ਼ਿਲ ਗੁਰਮੁਖ ਹੈ। ਉਸ ਮੰਜ਼ਿਲ ਨੂੰ ਸਮਝਣ ਦੇ ਲਈ ਬਾਣੀ 'ਚ ਬਹੁਤ ਸਾਰੇ ਵਿਆਖਿਆਨ ਸਾਨੂੰ ਮਿਲਦੇ ਹਨ, ਪਰ ਉਹਦੇ 'ਚੋਂ ਸਭ ਤੋਂ ਸ੍ਰੇਸ਼ਟ ਵਿਆਖਿਆਨ ਹੈ ਸਿੱਧ ਗੋਸ਼ਟ ਬਾਣੀ ਦੇ ਅੰਦਰ। ਉਹਨੂੰ ਪੜ੍ਹ ਕੇ ਵੇਖੀਏ, ਉਹਦੇ 'ਚ ਸਤਿਗੁਰੂ ਜੀ ਵਾਰ-ਵਾਰ ਗੁਰਮੁਖ ਦੀ ਗੱਲ ਕਰਦੇ ਹਨ। ਤੇ ਇਹ ਬਾਣੀ ਦੋ ਤਰ੍ਹਾਂ ਦੇ ਨਾਲ ਹੈ। ਇਹਦਾ ਇਤਿਹਾਸਕ ਮਹੱਤਵ ਵੀ ਹੈ ਤੇ ਇਹਦਾ ਜੋ ਧਾਰਮਿਕ ਮਹੱਤਵ ਵੀ ਹੈ। ਭਾਵ ਇਤਿਹਾਸ 'ਚੋਂ ਸਮਝਣਾ ਹੋਵੇ ਤੇ ਜੋਗੀਆਂ ਤੇ ਸਿੱਧਾਂ ਦੀਆਂ ਗੋਸ਼ਟਾਂ, ਉਹਨਾਂ ਦੀਆਂ ਸਾਖੀਆਂ ਪੜ੍ਹ ਲਈਏ। ਸੋ ਅਸੀਂ ਇਸ ਮੰਜ਼ਿਲ ਤੇ ਚੱਲ ਰਹੇ ਹਾਂ, ਇਸ ਮੰਜ਼ਿਲ ਵੱਲ ਵੱਧ ਰਹੇ ਹਾਂ। ਇਸ ਕਰਕੇ ਮੈਂ ਬੇਨਤੀ ਕੀਤੀ ਕਿ ਅਸਾਂ ਨੇ ਜੇ ਗੁਰਮੁਖਤਾਈ ਨੂੰ ਸਮਝਣਾ ਹੈ, ਸਿੱਧ ਗੋਸ਼ਟ ਬਾਣੀ 'ਚੋਂ ਸਮਝੀਏ। ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ 'ਚੋਂ ਸਮਝਦੇ ਹਾਂ ਜਿਹਦੇ 'ਚ ਉਹਨਾਂ ਨੇ ਗੁਰਮੁਖ ਨੂੰ ਸੁਚੱਜੀ ਆਖਿਆ। ਇਹ ਸ਼ਬਦ ਔਰਤ ਲਈ ਵਰਤਿਆ ਜਾਂਦਾ ਹੈ, ਪਰ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸ਼ਬਦ ਗੁਰਮੁਖ ਲਈ ਵਰਤਿਆ ਹੈ ਕਿ ਗੁਰਮੁਖ ਇੱਕ ਸੁਚੱਜੇ ਜੀਵਨ ਜਾਚ ਵਾਲਾ ਹੈ। ਗੁਰਦੇਵ ਕਹਿੰਦੇ ਨੇ, ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜਿਓ। ਜਾਂ ਤੂੰ ਭਾਵ ਜੇ ਮੇਰੇ ਅੰਦਰ ਤੂੰ ਦੀ ਭਾਵਨਾ ਹੈ, ਭਾਵ ਜੇ ਤੂੰ ਮੇਰੇ ਅੰਦਰ ਵਸ ਰਿਹਾ ਹੈ। ਜਾਂ ਤੂੰ ਤਾਂ ਮੈਂ ਸਭ ਕੋ, ਤਾਂ ਮੈਨੂੰ ਸਾਰਿਆਂ ਵਿੱਚ ਹੀ ਤੂੰ ਨਜ਼ਰ ਆਉਂਦਾ ਹੈ। ਭਾਵ ਗੁਰਬਾਣੀ ਦਾ ਇਹ ਮੰਨਣਾ ਹੈ ਕਿ ਜਿਸ ਨੇ ਆਪਣੇ ਅੰਦਰ ਵਾਹਿਗੁਰੂ ਨੂੰ ਵੇਖਿਆ, ਉਹ ਦੂਜਿਆਂ ਦੇ ਅੰਦਰ ਵੀ ਵਾਹਿਗੁਰੂ ਨੂੰ ਵੇਖਦਾ ਹੈ। ਬਾਣੀ ਦਾ ਇਹ ਮੰਨਣਾ ਹੈ। ਗੁਰਦੇਵ ਨੇ ਇਹ ਗੱਲ ਕਹੀ ਹੈ ਕਿ ਜੇ ਤੂੰ ਇਹ ਕੋਸ਼ਿਸ਼ ਕਰਦਾ ਰਹੇ ਕਿ ਦੂਜੇ ਵਿੱਚ ਹੀ ਵੇਖਣ ਦੀ ਕੋਸ਼ਿਸ਼ ਕਰੇ ਤੇ ਤੈਨੂੰ ਨਜ਼ਰ ਨਹੀਂ ਆਏਗਾ। ਬਾਣੀ ਨੇ ਵਾਹਿਗੁਰੂ ਨੂੰ ਵੇਖਣ ਦੀ ਸ਼ੁਰੂਆਤ ਜਿਹੜੀ ਹੈ ਆਪਣੇ ਤੋਂ ਕੀਤੀ ਹੈ ਕਿ ਤੂੰ ਪਹਿਲਾਂ ਆਪਣੇ 'ਚ ਦੇਖ। ਜੇ ਤੈਨੂੰ ਆਪਣੇ 'ਚ ਨਜ਼ਰ ਆ ਗਿਆ ਤੇ ਦੂਜੇ 'ਚ ਵੀ ਨਜ਼ਰ ਆਏਗਾ। ਜੇ ਆਪਣੇ 'ਚ ਨਜ਼ਰ ਨਾ ਆਇਆ ਤੇ ਦੂਜੇ ਦੇ ਵਿੱਚ ਨਜ਼ਰ ਨਹੀਂ ਆਏਗਾ। ਬਾਣੀ ਨੇ ਇਸ ਗੱਲ ਤੇ ਮੋਹਰ ਲਾਈ ਹੈ। ਤੁਸੀਂ ਜਗ੍ਹਾ ਜਗ੍ਹਾ ਤੇ ਪੜ੍ਹ ਕੇ ਵੇਖੋ, ਗੁਰਦੇਵ ਇਸ ਗੱਲ ਨੂੰ ਕੱਟਦੇ ਹਨ, ਇਸ ਗੱਲ ਨੂੰ ਰੋਕਦੇ ਹਨ ਕਿ ਜਿਹੜਾ ਬਾਹਰ ਦੇਖਦਾ ਉਹ ਭਰਮ ਦੇ ਵਿੱਚ ਭੁੱਲਿਆ ਹੋਇਆ। ਬਾਹਰ ਟੋਲੇ ਸੋ ਭਰਮ ਭੁਲਾਈ। ਟੋਲੇ ਦਾ ਮਤਲਬ ਹੁੰਦਾ ਲੱਭਣਾ। ਜਿਹੜਾ ਬਾਹਰ ਲੱਭ ਰਿਹਾ ਉਹ ਭਰਮ 'ਚ ਪਿਆ ਹੋਇਆ ਹੈ। ਗੁਰਦੇਵ ਕਹਿੰਦੇ ਪਹਿਲਾਂ ਆਪਣੇ ਅੰਦਰ ਲੱਭ। ਸੋ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ, ਗੁਰਮੁਖ ਦੇ ਜੀਵਨ ਦੀ ਵਿਆਖਿਆ ਕਰਦੇ ਕਹਿੰਦੇ ਇਹ ਗੱਲ ਗੁਰਮੁਖ ਦੇ ਜੀਵਨ 'ਚ ਹੈ। ਉਹ ਕਹਿੰਦਾ ਕਿ ਜੇ ਤੂੰ ਮੇਰੇ ਅੰਦਰ ਹੈ ਤਾਂ ਮੈਨੂੰ ਸਾਰਿਆਂ ਦੇ ਵਿੱਚ ਤੂੰ ਨਜ਼ਰ ਪੈਣਾ ਹੈ। ਜੇ ਤੂੰ ਮੇਰੇ ਅੰਦਰ, ਮੈਂ ਆਪਣੇ ਆਪ ਦੇ ਅੰਦਰ ਮਹਿਸੂਸ ਨਾ ਕਰ ਪਾਇਆ ਤੇ ਮੈਂ ਬਾਹਰ ਮਹਿਸੂਸ ਨਹੀਂ ਕਰ ਪਾਵਾਂਗਾ। ਫਿਰ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਭੇਦ ਭਾਵ ਦੀ। ਭੇਦ ਭਾਵ ਦੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਸਤਿਗੁਰੂ ਨੇ ਜੋ ਬਾਣੀ ਦੇ ਵਿੱਚ ਇੱਕ ਗੱਲ ਕਹੀ ਨਾ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਉਹਦਾ ਭਾਵ ਇਹੀ ਹੈ
ਕਿ ਸਾਡੀ ਮੁੱਢਲੀ ਪਹਿਚਾਣ ਅਸੀਂ ਬੰਦੇ ਦੀ ਉਸ ਦੀ ਜਾਤ ਤੋਂ ਕਰਦੇ ਹਾਂ, ਇੱਥੋਂ ਸ਼ੁਰੂਆਤ ਕਰਦੇ। ਪਰ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਅੰਦਰ ਪਹਿਲਾਂ ਜੋਤ ਨੂੰ ਮਹਿਸੂਸ ਕਰ। ਜਦੋਂ ਤੂੰ ਜੋਤ ਨੂੰ ਮਹਿਸੂਸ ਕਰੇਂਗਾ ਤੂੰ ਜਾਤ ਭੁੱਲ ਜਾਏਗਾ। ਤੈਨੂੰ ਫਿਰ ਸਾਰੇ ਕੀ ਨਜ਼ਰ ਆਉਣਗੇ? ਕੁਦਰਤ ਕੇ ਸਭ ਬੰਦੇ ਨਜ਼ਰ ਆਉਣਗੇ। ਫਿਰ ਤੈਨੂੰ ਇਹ ਮਹਿਸੂਸ ਹੋਏਗਾ ਏਕ ਨੂਰ ਤੇ ਸਭ ਜਗ ਉਪਜਿਆ। ਫਿਰ ਤੂੰ ਇਸ ਭਰਮ 'ਚ ਨਹੀਂ ਪਏਗਾ। ਸੋ ਗੁਰਮੁਖ ਦਾ ਪਹਿਲਾ ਤੱਤ ਜੋ ਗੁਰੂਦੇਵ ਨੇ ਦੱਸਿਆ ਉਹ ਹੈ, ਗੁਰਮੁਖ ਇੱਥੋਂ ਸ਼ੁਰੂਆਤ ਕਰਦਾ ਹੈ ਕਿ ਉਹ ਆਪਣੇ ਅੰਦਰ ਦੇਖਦਾ ਪਹਿਲਾਂ, ਦੂਜੇ ਦੇ ਅੰਦਰ ਨਹੀਂ ਦੇਖਦਾ। ਉਹਦੀ ਸ਼ੁਰੂਆਤ ਅੰਤਰਮੁਖੀ ਹੈ, ਬਾਹਰਮੁਖੀ ਨਹੀਂ ਹੈ। ਗੁਰਬਾਣੀ ਵਿੱਚ ਹਰ ਇੱਕ ਗੱਲ ਸਤਿਗੁਰੂ ਜੀ ਕਹਿੰਦੇ ਆਪਣੇ ਤੋਂ ਸ਼ੁਰੂ ਕਰ, ਦੂਜੇ ਤੋਂ ਨਹੀਂ। ਦੇਖੋ ਸਾਡੇ ਇਤਿਹਾਸ ਨੂੰ ਪੜ੍ਹ ਕੇ ਵੇਖੀਏ, ਸਤਿਗੁਰ ਨੇ ਹਰ ਇੱਕ ਗੱਲ ਆਪਣੇ ਤੋਂ ਸ਼ੁਰੂ ਕੀਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੇ ਇਹ ਗੱਲ ਕਹੀ ਨਾ ਕਿ ਵੰਡ ਕੇ ਛਕੋ, ਤਾਂ ਪਹਿਲਾਂ ਦੂਜੇ ਨੂੰ ਨਹੀਂ ਆਖਿਆ ਕਿ ਤੂੰ ਵੰਡ। ਆਪ ਉਹ ਜਿੱਥੇ ਮਰਜ਼ੀ ਬੈਠੇ, ਜੇ ਆਪਣੇ ਘਰ 'ਚ ਬੈਠੇ ਤਾਂ ਉੱਥੇ ਵੰਡਿਆ, ਜੇ ਦੁਕਾਨ 'ਚ ਬੈਠੇ ਤਾਂ ਉੱਥੇ ਵੰਡਿਆ, ਜੇ ਉਹ ਸਾਰੇ ਸੰਸਾਰ 'ਚ ਘੁੰਮੇ ਤੇ ਉਹਨਾਂ ਨੇ ਉੱਥੇ ਵੰਡਿਆ। ਪਹਿਲਾਂ ਆਪ ਸ਼ੁਰੂਆਤ ਕੀਤੀ। ਜੇ ਉਹਨਾਂ ਨੇ ਆਖਿਆ ਕਿਰਤ ਕਰੋ ਤੇ ਪਹਿਲਾਂ ਆਪ ਕਿਰਤ ਕੀਤੀ। ਆਪ ਪਸ਼ੂ ਵੀ ਪਾਲੇ, ਆਪ ਖੇਤੀ ਵੀ ਕੀਤੀ, ਆਪ ਵਪਾਰ ਵੀ ਕੀਤਾ, ਆਪ ਦੁਕਾਨਦਾਰੀ ਵੀ ਕੀਤੀ, ਆਪ ਉਹਨਾਂ ਨੇ ਨੌਕਰੀ ਵੀ ਕੀਤੀ। ਸੋ ਸਤਿਗੁਰੂ ਇਹ ਗੱਲ ਕਹਿੰਦੇ ਨੇ ਆਪਣੇ ਤੋਂ ਸ਼ੁਰੂ ਕਰੋ। ਜੇ ਗੁਰੂ ਨੇ ਇਹ ਗੱਲ ਆਖੀ ਕਿ ਕੁਰਬਾਨੀ ਕਰੋ ਤੇ ਪਹਿਲਾਂ ਦੂਜੇ ਤੋਂ ਕੁਰਬਾਨੀ ਨਹੀਂ ਕਰਵਾਈ, ਪਹਿਲਾਂ ਆਪ ਕੁਰਬਾਨੀ ਕਰਕੇ ਵਿਖਾਈ ਕਿ ਕੁਰਬਾਨੀ ਇਸ ਤਰ੍ਹਾਂ ਕਰੀਦੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਤੀ ਤਵੀ ਤੇ ਬੈਠੇ ਆਪਣੇ ਤੋਂ ਸ਼ੁਰੂਆਤ ਕੀਤੀ। ਇਹ ਸਾਡੇ ਸਤਿਗੁਰੂ ਦੀ ਖਾਸ ਖਾਸੀਅਤ ਹੈ ਤੇ ਇਸ ਖਾਸੀਅਤ ਨੂੰ ਸਤਿਗੁਰੂ ਜੀ ਗੁਰਮੁਖ ਦੇ ਵਿੱਚ, ਸਿੱਖ ਦੇ ਵਿੱਚ ਪਾਉਣਾ ਚਾਹੁੰਦੇ ਨੇ ਕਿ ਦੂਜੇ ਤੋਂ ਸ਼ੁਰੂਆਤ ਨਾ ਕਰ, ਪਹਿਲ ਆਪਣੇ ਤੋਂ ਕਰ। ਤੋਂ ਸਤਿਗੁਰੂ ਜੀ ਉਹੀ ਇੱਥੇ ਸਮਝਾ ਰਹੇ ਨੇ। ਇਸ ਗੱਲ ਨੂੰ ਸ਼ੁਰੂ ਇੱਥੋਂ ਕਰਦੇ ਨੇ ਕਿ ਦੂਜੇ ਦੇ ਅੰਦਰ ਨਾ ਵੇਖ, ਪਹਿਲਾਂ ਆਪਣੇ ਅੰਦਰ ਵੇਖ। ਤੇਰੇ ਅੰਦਰ ਵੀ ਪਰਮੇਸ਼ਰ ਦੀ ਜੋਤ ਹੈ। ਜਾਂ ਤੂੰ ਤਾਂ ਮੈਂ ਸਭ ਕੋ, ਜਾਂ ਤੂੰ ਤੇ ਮੇਰੇ ਅੰਦਰ ਹੈ ਤਾਂ ਮੈਨੂੰ ਸਾਰਿਆਂ 'ਚ ਮਹਿਸੂਸ ਹੁੰਦਾ ਹੈ। ਤੂੰ ਸਾਹਿਬ ਮੇਰੀ ਰਾਸ ਜੀਓ, ਤੂੰ ਮੇਰਾ ਮਾਲਕ ਹੈ। ਸਾਹਿਬ ਦਾ ਅਰਥ ਹੁੰਦਾ ਮਾਲਕ, ਤੇ ਰਾਸ, ਰਾਸ ਦੇ ਅਰਥ ਬਾਣੀ 'ਚ ਕਈ ਨੇ। ਰਾਸ ਦਾ ਅਰਥ ਬਾਣੀ 'ਚ ਰਾਸ ਲੀਲਾ ਵੀ ਹੈ। ਜਿਵੇਂ ਸਾਡੇ ਸਨਾਤਨੀ ਵੀਰ, ਹਿੰਦੂ ਵੀਰ ਦੁਸ਼ਹਿਰਾ ਜਾਂ ਦੀਵਾਲੀ ਕਰਦੇ ਨੇ, ਜਾਂ ਅਗਾਂਹ ਹੁਣ ਹੋਲੀਆਂ ਆ ਰਹੀਆਂ ਨੇ, ਉਹਦੇ ਵਿੱਚ ਉਹ ਰਾਸ ਲੀਲਾ ਕਰਦੇ ਨੇ। ਭਾਵ ਆਪਣੇ ਇਸ਼ਟ ਦੀ ਨਕਲ ਉਤਾਰਦੇ ਨੇ, ਉਹਨੂੰ ਨਕਲ ਉਤਾਰਨਾ ਵੀ ਕਹਿੰਦੇ ਹਨ। ਉਸ ਨੂੰ ਵੀ ਰਾਸ ਬਾਣੀ ਦੇ ਵਿੱਚ ਆਖਿਆ ਹੈ। ਰਾਸ ਦਾ ਅਰਥ ਗੁਰੂ ਪਾਤਸ਼ਾਹ ਨੇ ਇਹ ਵੀ ਕੀਤਾ ਹੈ ਕਿ ਕੋਈ ਗੱਲ ਰਾਸ ਆ ਜਾਣੀ, ਭਾਵ ਸਾਨੂੰ ਚੰਗੀ ਲੱਗ ਜਾਣੀ। ਤੇ ਰਾਸ ਦਾ ਅਰਥ ਰਾਸ਼ੀ ਵੀ ਹੈ। ਮੈਂ ਇਸ ਕਰਕੇ ਬੇਨਤੀ ਕਰਦਾ ਵਾਰ-ਵਾਰ ਕਿ ਸਾਡੀ ਪਵਿੱਤਰ ਗੁਰਬਾਣੀ ਵਿੱਚ ਲਫ਼ਜ਼ ਇੱਕ ਹੀ ਹੈ, ਉਚਾਰਨ ਇੱਕ ਹੀ ਹੈ, ਪਰ ਉਹਦੇ ਅਰਥ ਕਈ ਵਾਰ ਬਦਲਦੇ ਨੇ। ਅਰਥ ਉਹਦੇ ਬਦਲਦੇ ਨੇ। ਜਿਵੇਂ ਹੁਣ ਇੱਕ ਹੀ ਸ਼ਬਦ ਦੇ ਮੈਂ 3 ਅਰਥ ਤੁਹਾਨੂੰ ਦੱਸੇ, ਤਿੰਨੇ ਬਾਣੀ 'ਚ ਮਿਲਣਗੇ। ਰਾਸ ਦਾ ਅਰਥ ਰਾਸ ਲੀਲਾ ਜੋ ਸਨਾਤਨੀ ਵੀਰ ਕਰਦੇ ਨੇ ਇਹ ਵੀ ਮਿਲੇਗਾ। ਰਾਸ ਦਾ ਅਰਥ ਰਾਸ ਆ ਜਾਣਾ ਵੀ ਮਿਲੇਗਾ। ਗੁਰੂ ਦੀ ਗੱਲ ਰਾਸ ਆ ਗਈ, ਮੈਨੂੰ ਚੰਗੀ ਲੱਗੀ। ਤੇ ਰਾਸ ਦਾ ਅਰਥ ਰਸਤੇ ਦੀ ਰਾਹ ਪੂੰਜੀ ਵੀ ਮਿਲੇਗਾ। ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਦੋਂ ਘਰ ਤੋਂ ਤੁਰਦੇ ਸਨ ਤਾਂ ਇੱਕ ਪੋਟਲੀ ਬੰਨ੍ਹ ਕੇ ਤੁਰਦੇ ਸਨ, ਉਹਨੂੰ ਰਸਤੇ ਦੀ ਰਾਹ ਪੂੰਜੀ ਵੀ ਕਿਹਾ ਜਾਂਦਾ ਸੀ। ਜਿਵੇਂ ਅਸੀਂ ਸ਼ਾਮ ਨੂੰ ਪੜ੍ਹਦੇ ਹਾਂ ਰਹਿਰਾਸ, ਰਹਿਰਾਸ ਦਾ ਮਤਲਬ ਵੀ ਹੈ ਰਸਤੇ ਦੀ ਪੂੰਜੀ। ਜੋ ਸ਼ਾਮ ਦੀ ਬਾਣੀ ਦਾ ਨਾਮ ਪ੍ਰਚਲਿਤ ਹੋਇਆ ਰਹਿਰਾਸ, ਉਹਦਾ ਭਾਵ ਵੀ ਹੈ। ਖੈਰ, ਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖ ਇਹ ਕਹਿੰਦਾ ਕਿ ਹੇ ਵਾਹਿਗੁਰੂ ਤੂੰ ਮੇਰਾ ਮਾਲਕ ਹੈ ਤੇ ਤੂੰ ਹੀ ਮੇਰੀ ਰਸਤੇ ਦੀ ਪੂੰਜੀ ਹੈ। ਤੂੰ ਸਾਹਿਬ ਮੇਰੀ ਰਾਸ, ਤੁਧ ਅੰਤਰ ਹੋ ਸੁਖ ਵਸਾ, ਤੁਧ ਅੰਤਰ ਹੋ ਸੁਖ ਵਸਾ। ਜੇ ਤੂੰ ਮੇਰੇ ਅੰਦਰ ਹੈ ਤਾਂ ਮੇਰਾ ਜੀਵਨ ਖੁਦ ਦਾ ਸੁਖੀ ਹੈ। ਮੈਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਅੱਜ ਫੇਰ ਬੇਨਤੀ ਕਰ ਰਿਹਾ। ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਜਦੋਂ ਸੁੱਖ ਨੂੰ ਪਰਿਭਾਸ਼ਿਤ ਕੀਤਾ ਹੈ ਤਾਂ ਉਹਦਾ ਮਤਲਬ ਕਿਤੇ ਇਹ ਨਹੀਂ ਆਖਿਆ ਕਿ ਤੇਰੀ ਜ਼ਿੰਦਗੀ 'ਚ ਦੁੱਖ ਨਹੀਂ ਆਉਣਗੇ।
ਇਹ ਕਿਤੇ ਨਹੀਂ ਆਖਿਆ, ਕਿਉਂਕਿ ਬਾਣੀ ਸਭ ਤੋਂ ਪਹਿਲਾਂ ਇਹ ਗੱਲ ਕਹਿ ਕੇ ਤੁਰੀ ਹੈ ਕਿ ਜਿਹੜਾ ਦੁੱਖ ਹੈ ਤੇ ਸੁੱਖ ਹੈ ਇਹ ਉਹਦੇ ਹੁਕਮ ਦੇ ਵਿੱਚ ਹੈ। ਜੇ ਉਹਦੇ ਹੁਕਮ ਦੇ ਵਿੱਚ ਹੈ ਤਾਂ ਦੁੱਖ ਵੀ ਆਏਗਾ ਤੇ ਸੁੱਖ ਵੀ ਆਏਗਾ। ਜਿਵੇਂ ਬਾਣੀ ਕਹਿੰਦੀ ਹੈ ਦਿਨ ਤੇ ਰਾਤ ਉਹਦੇ ਹੁਕਮ 'ਚ ਨੇ, ਤਾਂ ਦਿਨ ਵੀ ਆਉਂਦੀ ਹੈ ਤੇ ਰਾਤ ਵੀ ਆਉਂਦੀ ਹੈ। ਬਾਣੀ ਨੇ ਇਹ ਗੱਲ ਪਹਿਲਾਂ ਕਹਿ ਕੇ ਤੁਰੀ। ਬਾਣੀ 'ਚ ਬਹੁਤ ਸਾਰੇ ਬਚਨ ਤੁਹਾਨੂੰ ਇਹ ਮਿਲਣਗੇ। ਕਈ ਵਾਰ ਇਹਦੀ ਵਿਆਖਿਆ ਕਰਦਿਆਂ ਅਸੀਂ ਭੁੱਲ ਜਾਂਦੇ ਹਾਂ, ਕਿਉਂਕਿ ਸਾਡੀ ਬਹੁਤੀ ਚਾਨਣਾ ਇਹ ਹੈ ਕਿ ਅਸੀਂ ਸੁਖੀ ਰਹੀਏ। ਬਾਣੀ ਕਿਤੇ ਨਹੀਂ ਕਹਿੰਦੀ ਕਿ ਜਦੋਂ ਤੇਰੇ ਕੋਲ ਨਾਮ ਆ ਜਾਏਗਾ ਤੇਰੀ ਜ਼ਿੰਦਗੀ 'ਚ ਦੁੱਖ ਨਹੀਂ ਆਉਣਗੇ। ਨਹੀਂ ਤਾਂ ਅਸੀਂ ਆਪਣੇ ਗੁਰੂ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਦੇਖੀਏ, ਉਹਨਾਂ ਦੇ ਕੋਲ ਜਿੰਨਾ ਨਾਮ ਸੀਗਾ, ਨਾਮ ਖਜ਼ਾਨਾ ਹੀ ਉਹਨਾਂ ਕੋਲ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਣੀ 'ਚ ਇਹ ਗੱਲ ਕਹੀ ਭੱਟਾ ਨੇ ਕਿ ਗੁਰੂ ਅਰਜਨ ਸਾਹਿਬ ਦੇ ਕੋਲ ਬਚਪਨ ਤੋਂ ਹੀ ਨਾਮ ਦਾ ਖਜ਼ਾਨਾ ਹੈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਪਰ ਜਿੰਨਾ ਕਸ਼ਟ ਉਹਨਾਂ ਨੇ ਆਪਣੀ ਜ਼ਿੰਦਗੀ ਝੱਲਿਆ, ਤੁਸੀਂ ਮਹਿਸੂਸ ਕਰਕੇ ਦੇਖੋ। ਤੱਤੀ ਤਵੀ ਤੇ ਬੈਠਣਾ, ਤੱਤੇ ਥੰਮ ਨਾਲ ਲਾਉਣਾ, ਤੱਤੀ ਰੇਤਾ ਗਲ 'ਚ ਪਾਉਣੀ, ਸਰੀਰ ਜਦੋਂ ਛਾਲੇ ਛਾਲੇ ਹੋ ਜਾਣਾ ਤੇ ਠੰਡੇ ਪਾਣੀ ਦੇ ਵਿੱਚ ਡੋਬ ਦੇਣਾ, ਇਸ ਤੋਂ ਵੱਧ ਕੇ ਦੁੱਖ ਤੇ ਕਸੂਰ ਵੀ ਕੋਈ ਨਾ ਹੋਣਾ। ਇਹਦਾ ਮਤਲਬ ਸਾਨੂੰ ਸਮਝਣਾ ਪਏਗਾ। ਸਤਿਗੁਰ ਇਹ ਕਹਿੰਦੇ ਨੇ ਦੁੱਖ ਸੁੱਖ ਜ਼ਿੰਦਗੀ ਚਾਹੁੰਦੇ ਰਹਿਣਗੇ, ਪਰ ਹਾਂ ਜੇ ਤੇਰੇ ਕੋਲ ਉਹਦੀ ਛੋਹ ਹੈ, ਤੈਨੂੰ ਮਹਿਸੂਸ ਹੋ ਰਿਹਾ ਹੈ, ਤਾਂ ਇੱਕ ਗੱਲ ਪੱਕੀ ਹੈ, ਦੁੱਖ ਆਉਣਗੇ ਜ਼ਰੂਰ ਪਰ ਤੈਨੂੰ ਦੁਖੀ ਨਹੀਂ ਕਰ ਪਾਉਣਗੇ। ਬਸ ਆਹ ਨੁਕਤਾ ਇੱਕ ਖਾਸ ਹੈ ਸਤਿਗੁਰ ਦਾ। ਸੁੱਖ ਆਉਣਗੇ ਤੇਰੀ ਜ਼ਿੰਦਗੀ 'ਚ, ਪਰ ਉਹ ਸੁੱਖ ਤੈਨੂੰ ਪਾਗਲ ਨਹੀਂ ਕਰ ਪਾਉਣਗੇ। ਬੰਦਾ ਸੁੱਖ ਵਿੱਚ ਪਾਗਲ ਹੋ ਜਾਂਦਾ ਹੈ ਤੇ ਦੁੱਖ ਵਿੱਚ ਚਿੰਤਾ 'ਚ ਚਲਾ ਜਾਂਦਾ ਹੈ, ਡਿਪਰੈਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਸਤਿਗੁਰੂ ਜੀ ਨੇ ਇਸੇ ਨੂੰ ਬਾਣੀ 'ਚ ਆਖਿਆ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਹਦੇ ਕੋਲ ਬਹੁਤਾ ਹੈ, ਭਾਵ ਉਹਨੂੰ ਲੱਗ ਰਿਹਾ ਮੈਂ ਬੜਾ ਸੁਖੀ ਹਾਂ, ਪਾਤਸ਼ਾਹ ਕਹਿੰਦੇ ਉਹ ਵੀ ਚਿੰਤਾ ਦੇ ਦੁੱਖ 'ਚ ਡੁੱਬਿਆ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਉਹ ਭਰਮਦਾ ਫਿਰ ਰਿਹਾ, ਜਿਹਦੇ ਕੋਲ ਨਹੀਂ ਹੈ, ਭਟਕਦਾ ਫਿਰ ਰਿਹਾ ਹੈ, ਉਹ ਡਿਪਰੈਸ਼ਨ 'ਚ ਹੈ ਕਿ ਹਾਏ ਮੇਰਾ ਕੀ ਹੋਏਗਾ। ਪਾਤਸ਼ਾਹ ਨੇ ਜ਼ਿਕਰ ਕੀਤਾ, ਕਹਿੰਦੇ ਦੋਹੂ ਵਿਵਸਥਾ ਤੇ ਜੋ ਮੁਕਤਾ, ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ ਜੀ। ਸੁਹੇਲਾ ਸੌਖਾ ਉਹ ਹੈ ਜਿਹੜਾ ਇਹਨਾਂ ਦੋਵਾਂ ਤੋਂ ਉੱਪਰ ਹੈ। ਤੇ ਦੋਵਾਂ ਤੋਂ ਉੱਪਰ ਕੌਣ ਹੈ? ਜਿਹਨੂੰ ਸਤਿਗੁਰੂ ਜੀ ਬਾਣੀ 'ਚ ਗੁਰਮੁਖ ਆਖਦੇ ਨੇ, ਜਿਹਨੂੰ ਸਤਿਗੁਰੂ ਜੀ ਬਾਣੀ 'ਚ ਆਖਦੇ ਨੇ, ਜਿਹਨੇ ਪ੍ਰਮਾਤਮਾ ਦੀ ਛੋਹ ਨੂੰ ਮਹਿਸੂਸ ਕੀਤਾ। ਉਹਦੀ ਜ਼ਿੰਦਗੀ 'ਚ ਦੁੱਖ ਆਉਂਦੇ ਨੇ ਪਰ ਉਹ ਦੁੱਖਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੰਦਾ। ਉਹਦੀ ਜ਼ਿੰਦਗੀ 'ਚ ਸੁੱਖ ਆਉਂਦੇ ਨੇ ਪਰ ਉਹ ਸੁੱਖਾਂ ਦੇ ਵਿੱਚ ਪਾਗਲ ਨਹੀਂ ਹੁੰਦਾ। ਜਿਹਨੂੰ ਬਾਣੀ ਕਹਿੰਦੇ ਨੇ ਕੰਚਨ ਮਾਟੀ ਮਨ ਹੈ। ਕੰਚਨ ਮਾਟੀ ਮੰਨਣ ਦਾ ਮਤਲਬ ਕੀ ਹੈ? ਸੋਨੇ ਨੂੰ ਮਿੱਟੀ ਮੰਨਣ ਦਾ ਮਤਲਬ ਕੀ ਹੈ? ਸੋਨੇ ਨੂੰ ਮਿੱਟੀ ਮੰਨਣ ਦਾ ਭਾਵ ਇਹੀ ਹੈ ਕਿ ਸੁੱਖ ਤੇ ਬਹੁਤਾ ਹੈ, ਪਰ ਉਸ ਸੁੱਖ ਨੂੰ ਉਹ ਮਿੱਟੀ ਵਰਗਾ ਸਮਝ ਰਿਹਾ ਹੈ। ਭਾਵ ਉਹਨੂੰ ਸ਼ਦਾਈ ਨਹੀਂ ਕਰ ਪਾ ਰਿਹਾ, ਉਹਨੂੰ ਕਮਲਾ ਨਹੀਂ ਕਰ ਪਾ ਰਿਹਾ, ਉਹਦੀ ਸੁਰਤ ਨੂੰ ਉਹ ਗਲਤ ਪਾਸੇ ਨਹੀਂ ਖਿੱਚ ਪਾ ਰਿਹਾ। ਇਹਦਾ ਭਾਵ ਇਹ ਹੈ। ਸੋ ਉਹੀ ਗੱਲ ਸਤਿਗੁਰੂ ਨੇ ਇੱਥੇ ਕਹੀ, ਕਹਿੰਦੇ ਗੁਰਮੁਖ ਦੀ ਇਹ ਨਿਸ਼ਾਨੀ ਹੈ। ਉਹ ਕਹਿੰਦਾ ਕਿ ਤੂੰ ਤੁਦੇ ਅੰਤਰ ਹੋ ਸੁਖ ਵਸਾ, ਤੂੰ ਮੇਰੇ ਅੰਦਰ ਹੈ। ਭਾਵੇਂ ਜ਼ਿੰਦਗੀ ਦੇ ਸਾਰੇ ਦੁੱਖ ਮੇਰੇ ਤੇ ਟੁੱਟ ਪੈਣ ਤਾਂ ਵੀ ਮੈਂ ਕੀਆਂ ਸੁਖੀ ਹਾਂ। ਜਿਹਨੂੰ ਸਤਿਗੁਰੂ ਨੇ ਇਉਂ ਵੀ ਆਖਿਆ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਸੁਖ ਵਿੱਚ ਦੁੱਖ ਵਿੱਚ ਸੂਖ ਮਨਾਈ। ਦੁੱਖ ਵਿੱਚ ਸੂਖ ਮਨਾਈ, ਇਹਦਾ ਭਾਵ ਹੈ ਦੁੱਖ ਵਿੱਚ ਵੀ ਸੁਖੀ ਜਾਣਨਾ। ਇਤਿਹਾਸ ਕਹਿੰਦਾ ਹੈ ਕਿੰਨੇ ਔਖੇ ਦਿਨ ਹੋਣਗੇ ਉਹ ਸਾਡੇ ਬਜ਼ੁਰਗਾਂ ਤੇ, ਜਦੋਂ ਉਹਨਾਂ ਨੂੰ ਦੁਕਾਨਦਾਰ ਖਾਣ ਲਈ ਰਸਦ ਨਹੀਂ ਦੇ ਰਹੇ, ਉਹ ਜੰਗਲੀ ਰਹਿ ਰਹੇ ਨੇ। ਉਹਨਾਂ ਕੋਲ ਖਾਣ ਦੇ ਪਦਾਰਥ ਓਨੇ ਕੁ ਨੇ ਕਿ ਉਹ ਜ਼ਿਆਦਾ ਸਮਾਂ ਉਹਨਾਂ ਨੂੰ ਵਰਤ ਨਹੀਂ ਸਕਦੇ। ਪਰ ਕਿਹੋ ਜਿਹਾ ਸੁੱਖ ਅੰਦਰ ਹੋਏਗਾ, ਇਹ ਸਾਡੇ ਇਤਿਹਾਸ ਨੇ ਤੇ ਦੁਸ਼ਮਣ ਨੇ ਗੱਲ ਕਹੀ ਹੈ ਕਿ ਜਦੋਂ ਲੰਗਰ ਬਣਾ ਲੈਂਦੇ ਨੇ, ਉੱਚੇ ਰੁੱਖ ਤੇ ਚੜ੍ਹ ਕੇ ਨਗਾਰਾ ਵਜਾਉਂਦੇ ਨੇ, ਨਗਾਰਾ ਵਜਾ ਕੇ ਇਹ ਗੱਲ ਕਹਿੰਦੇ ਨੇ ਕਿ ਬਾਬੇ ਨਾਨਕ ਦਾ ਲੰਗਰ ਤਿਆਰ ਹੋਇਆ ਹੈ। ਜੇ ਕੋਈ ਸਾਡੀ ਆਵਾਜ਼ ਸੁਣ ਸਕਦਾ ਹੈ, ਜਿਸ ਦੇ ਕੰਨਾਂ 'ਚ ਆਵਾਜ਼ ਪੈ ਰਹੀ ਹੈ, ਉਹ ਸਾਡੇ ਇੱਥੇ ਆ ਕੇ ਲੰਗਰ ਛਕ ਸਕਦਾ ਹੈ। ਅੰਦਾਜ਼ਾ ਲਾਓ।
ਸੋਚ ਕੇ ਦੇਖੀਏ ਕਿ ਅਸੀਂ ਉਸ ਵਰਗੇ ਹਾਂ ਜਿੱਥੇ ਦੁਕਾਨਦਾਰ ਸਿੱਖ ਨੂੰ ਰਸਦ ਦੇਣ ਲਈ ਤਿਆਰ ਨਹੀਂ ਆ, ਪਰ ਫਿਰ ਵੀ ਉਹ ਆਪਣੇ ਗੁਰੂ ਦੀ ਉਸ ਮਰਿਆਦਾ ਨੂੰ ਏਡੇ ਵੱਡੇ ਦੁੱਖ ਵਿੱਚ ਵੀ ਨਹੀਂ ਭੁੱਲਿਆ। ਨਹੀਂ ਤੇ ਇਹੋ ਜਿਹੀ ਅਵਸਥਾ 'ਚ ਤੇ ਬੰਦੇ ਕਹਿੰਦੇ ਨੇ ਕਿ ਪਹਿਲਾਂ ਆਪਣਾ ਘਰ ਭਰੋ, ਬਾਕੀਆਂ ਦਾ ਫਿਰ ਦੇਖਾਂਗੇ। ਅਸੀਂ ਇਹੋ ਜਿਹਾ ਮਾਹੌਲ ਦੇਖਿਆ, ਆਪਣੇ ਭਾਰਤ 'ਚ ਦੇਖਿਆ, ਆ ਪਿਛਲੇ ਸਾਲ 2 ਸਾਲਾਂ 'ਚ ਤੁਸੀਂ ਦੇਖਿਆ ਜੋ ਦੁਕਾਨਾਂ ਤੇ ਹੋਇਆ, ਤੁਸੀਂ ਖੁਦ ਆਪਣੇ ਆਪ ਮਹਿਸੂਸ ਕੀਤਾ ਹੈ। ਸੋ ਕੈਸੀ ਅਵਸਥਾ 'ਚੋਂ ਬੰਦੇ ਜੀ ਰਹੇ ਹੋਣਗੇ। ਮੈਂ ਸਮਝਦਾ ਹਾਂ ਕਿ ਉਸ ਨੂੰ ਇਸ ਜ਼ਬਾਨ ਤੋਂ ਵਿਆਖਿਆਨ ਕਰਨਾ ਉਹਦਾ ਬੜਾ ਔਖਾ ਹੈ, ਪਰ ਸਾਡੇ ਬਜ਼ੁਰਗਾਂ ਨੇ ਉਹ ਜੀਵਨ ਜੀ ਕੇ ਦਿਖਾਇਆ, ਉਹਨੂੰ ਜੀਆ ਹੈ। ਘਰ 'ਚ ਨਹੀਂ, ਸ਼ਹਿਰ 'ਚ ਨਹੀਂ, ਜੰਗਲ 'ਚ ਰਹਿ ਕੇ ਜੀਆ ਹੈ, ਜਿੱਥੇ ਹਰ ਪਾਸੇ ਦੁੱਖ ਹੀ ਦੁੱਖ ਹੈ, ਜਿੱਥੇ ਹਰ ਪਾਸੇ ਕਸ਼ਟ ਹੀ ਕਸ਼ਟ ਹੈ, ਉੱਥੇ ਉਹ ਜੀਵਨ ਜੀ ਕੇ ਵਿਖਾਇਆ ਜਿਸ ਨੂੰ ਸਤਿਗੁਰੂ ਨੇ ਬਾਣੀ 'ਚ ਲਿਖਿਆ। ਉਹੀ ਗੱਲ ਗੁਰਦੇਵ ਇੱਥੇ ਕਹਿ ਰਹੇ ਨੇ, ਕਹਿੰਦੇ ਜਾਂ ਤੋਦੇ ਅੰਤਰ ਹੋ ਸੁਖ ਵਸਾ, ਤੂੰ ਅੰਤਰ ਸ਼ਾਬਾਸ ਜੀਓ। ਤੂੰ ਮੇਰੇ ਅੰਦਰ ਹੈ ਤਾਂ ਇਹੀ ਮੇਰੇ ਲਈ ਸ਼ਾਬਾਸ਼ ਹੈ। ਸ਼ਾਬਾਸ਼ ਦਾ ਮਤਲਬ ਤੁਸੀਂ ਸਾਰੇ ਸਮਝਦੇ ਹੀ ਹੋ। ਆਪਾਂ ਆਪਣੇ ਘਰਾਂ 'ਚ ਇਹ ਸ਼ਬਦ ਵਰਤਦੇ ਹਾਂ। ਸਾਡਾ ਬੱਚਾ ਕੋਈ ਕੰਮ ਕਰੇ ਤਾਂ ਅਸੀਂ ਕਹਿੰਦੇ ਹਾਂ ਬੇਟਾ ਸ਼ਾਬਾਸ਼, ਬਹੁਤ ਵਧੀਆ। ਇਵੇਂ ਕਹਿੰਦੇ ਮੇਰੇ ਲਈ ਸ਼ਾਬਾਸ਼ ਇਹੀ ਹੈ ਕਿ ਤੂੰ ਮੇਰੇ ਅੰਦਰ ਵਸ ਰਿਹਾ, ਮੈਨੂੰ ਹੋਰ ਵਾਹ ਵਾਹ ਦੀ ਲੋੜ ਨਹੀਂ ਹੈ। ਆਮ ਕਰਕੇ ਹੀ ਬੰਦੇ ਦੀ ਬਿਰਤੀ ਹੈ ਨਾ ਕਿ ਮੈਂ ਕੋਈ ਕੰਮ ਕਰਾਂ ਤੇ ਕੋਈ ਮੇਰੀ ਵਾਹ ਵਾਹ ਕਰੇ। ਜਿਹਨੂੰ ਬਾਬਾ ਕਬੀਰ ਸਾਹਿਬ ਨੇ ਇਉਂ ਵੀ ਆਖਿਆ, ਕਹਿੰਦੇ ਜਿਹੜੀ ਵਾਹ ਵਾਹ ਹੈ ਨਾ, ਇਹਨੂੰ ਮੈਂ ਨੱਕ ਤੋਂ ਵੀ ਕੱਟ ਦਿੱਤਾ ਤੇ ਕੰਨ ਤੋਂ ਵੀ ਕੱਟ ਦਿੱਤਾ। ਇਹਦੇ ਪਿੱਛੇ ਹੀ ਬੰਦਾ ਮਰ ਰਿਹਾ। ਉਹਨਾਂ ਨੇ ਲਿਖਿਆ, ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੈ ਡਾਰੀ, ਕਹਿ ਕਬੀਰ ਸੰਤਨ ਕੀ ਬੈਰਣ ਤੀਨ ਲੋਕ ਕੀ ਪਿਆਰੀ। ਉਹ ਕਿਹੜੀ ਚੀਜ਼ ਹੈ ਜਿਹਨੂੰ ਕੱਟਿਆ? ਉਹ ਕਿਹੜੀ ਚੀਜ਼ ਹੈ ਜਿਨ੍ਹਾਂ ਨੂੰ ਕੰਨ ਤੋਂ ਝਾੜ ਕੇ ਸੁੱਟਿਆ? ਉਹ ਆਹੀ ਹੈ ਕਿ ਹਰ ਬੰਦੇ ਦੀ ਇਹ ਪ੍ਰਵਿਰਤੀ ਹੈ ਕਿ ਉਹ ਕੁਝ ਨਾ ਕੁਝ ਕਰਕੇ ਇਹ ਸੁਣਨਾ ਚਾਹੁੰਦਾ ਹੈ। ਉਹਦਾ ਓਨਾ ਧਿਆਨ, ਓਨਾ ਉਦਮ ਇਸ ਪਾਸੇ ਨਹੀਂ ਕਿ ਮੈਂ ਕੰਮ ਵਧੀਆ ਕਰਾਂ। ਉਹਦਾ ਉਸ ਤੋਂ ਜ਼ਿਆਦਾ ਧਿਆਨ ਇਸ ਪਾਸੇ ਹੈ ਕਿ ਲੋਕ ਮੇਰੇ ਬਾਰੇ ਕੀ ਕਹਿ ਰਹੇ ਨੇ, ਲੋਕ ਰਾਏ ਕੀ ਹੈ, ਕਿਸੇ ਨੇ ਕੋਈ ਵਾਹ ਕੀਤੀ ਹੈ ਕਿ ਨਹੀਂ ਕੀਤੀ ਹੈ। ਸਤਿਗੁਰ ਨੇ ਇਸ ਨੂੰ ਆਖਿਆ ਕਿ ਇਹ ਆਪਣੇ ਅੰਦਰੋਂ ਜੜੋਂ ਪੁੱਟ ਕੇ ਸੁੱਟ ਦੇ। ਇਸੇ ਨੂੰ ਆਖਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਲੋਕਨ ਕੀ ਚਤਰਾਈ ਉਪਮਾ, ਤੇ ਬੈ ਸੰਤਰ ਜਾਰ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹਨੂੰ ਅੱਗ 'ਚ ਸਾੜ ਦੇ। ਅੱਗ 'ਚ ਕਿਹੜੀ ਚੀਜ਼ ਸਾੜੀ ਜਾਂਦੀ ਹੈ? ਅੱਗ 'ਚ ਕਿਸ ਚੀਜ਼ ਨੂੰ ਜਲਾਇਆ ਜਾਂਦਾ ਹੈ? ਤੁਸੀਂ ਆਪ ਸੋਚ ਲਓ। ਜਾਂ ਤੇ ਮੁਰਦੇ ਜਲਦੇ ਨੇ ਜਾਂ ਉਹ ਚੀਜ਼ਾਂ ਜਿਨ੍ਹਾਂ ਦੀ ਲੋੜ ਨਹੀਂ ਹੈ। ਸੋ ਸਤਿਗੁਰ ਕਹਿੰਦੇ ਇਹਦੀ ਤੈਨੂੰ ਲੋੜ ਨਹੀਂ ਹੈ, ਇਹਨੂੰ ਅੱਗ 'ਚ ਸਾੜ ਦੇ। ਲੋਕਨ ਕੀ ਚਤਰਾਈ ਉਪਮਾ, ਤੇ ਬੈ ਸੰਤਰ ਜਾਰ। ਕੋਈ ਭਲਾ ਕਹੋ, ਕੋਈ ਤੈਨੂੰ ਚੰਗਾ ਕਹਿ ਰਿਹਾ ਹੈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਇਸ ਤੋਂ ਉੱਪਰ ਉੱਠ। ਇਸੇ ਨੂੰ ਗੁਰਦੇਵ ਨੇ ਇੱਥੇ ਆਖਿਆ, ਮੈਨੂੰ ਲੋਕਾਂ ਦੀ ਸ਼ਾਬਾਸ਼ ਦੀ ਲੋੜ ਨਹੀਂ ਕਿ ਲੋਕ ਮੈਨੂੰ ਕਹਿਣ ਕਿ ਭਾਈ ਇਹ ਬੜਾ ਵੱਡਾ ਗੁਰਮੁਖ ਪਿਆਰਾ ਹੈ। ਨਹੀਂ, ਮੇਰੇ ਲਈ ਇਹੀ ਸ਼ਾਬਾਸ਼ ਹੈ ਕਿ ਤੂੰ ਮੇਰੇ ਅੰਦਰ ਵਸ ਰਿਹਾ। ਕਿ ਕਿਹੋ ਜਿਹੀ ਵਿਆਖਿਆ ਹੈ, ਅਸੀਂ ਕਿਸ ਭਰਮ 'ਚ ਪਏ ਹੋਏ ਹਾਂ। ਅਸੀਂ ਜੇ ਆਪਣੇ ਗੁਰੂ ਘਰਾਂ 'ਚ ਦੇਖੀਏ ਤੇ ਇਹ ਮਸਲਾ ਸਾਡੇ 'ਚ ਬੜਾ ਭਰਪੂਰ ਹੋ ਗਿਆ। ਸਾਡੇ 'ਚ ਬੜਾ ਭਰਪੂਰ ਹੈ ਇਹ ਜਿਹੜੀ ਗੱਲ। ਇਹ ਵਾਹਵਾਹੀ ਦੇ ਵਿੱਚ, ਅੱਜ ਵਾਹਵਾਹੀ ਦੇ ਦੌਰ 'ਚ ਜਿੰਨਾ ਸਿੱਖ ਹੈ ਸ਼ਾਇਦ ਦੂਜੇ ਨਹੀਂ ਹਨ। ਅਸਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸੋ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ, ਤੂੰ ਅੰਤਰ ਸ਼ਾਬਾਸ਼ ਜੀਓ। ਤੂੰ ਮੇਰੇ ਅੰਦਰ ਹੈ, ਇਹੀ ਮੇਰੇ ਲਈ ਸ਼ਾਬਾਸ਼ ਹੈ, ਮੈਨੂੰ ਹੋਰ ਵਾਹ ਵਾਹ ਦੀ ਲੋੜ ਨਹੀਂ। ਭਾਣੇ ਤਖਤ ਵਡਾਈਆਂ। ਭਾਣਾ ਦਾ ਮਤਲਬ ਹੁੰਦਾ ਹੁਕਮ। ਤੇਰੇ ਹੁਕਮ ਦੇ ਵਿੱਚ ਜੇ ਮੈਨੂੰ ਤਖਤ ਮਿਲ ਜਾਏ ਤਾਂ ਇਹ ਵੀ ਤੇਰੀ ਵਡਿਆਈ ਹੈ, ਮੇਰੀ ਨਹੀਂ। ਭਾਵ ਮੈਂ ਤਖਤ ਦਾ ਮਾਲਕ ਬਣ ਜਾਵਾਂ, ਕਿਸੇ ਖਿੱਤੇ ਦਾ ਰਾਜਾ ਬਣ ਜਾਵਾਂ। ਗੁਰਮੁਖ ਇਹ ਗੱਲ ਕਹਿੰਦਾ ਹੈ, ਹੇ ਵਾਹਿਗੁਰੂ ਮੇਰੇ ਅੰਦਰ ਇਹ ਭਾਵਨਾ ਪੈਦਾ ਹੋਣ ਦਈ ਕਿ ਇਸ ਤਖਤ ਦਾ ਮਾਲਕ ਮੈਂ ਬਣਿਆ ਹਾਂ। ਮੈਂ ਜ਼ਿਕਰ ਕਰਾਂਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਜਿਸ ਵਕਤ ਉਹ ਪੰਜਾਬ ਦਾ ਬਾਦਸ਼ਾਹ ਬਣਿਆ ਹੈ ਤਾਂ ਉਹਦੀਆਂ ਉਹ ਲਿਖਤਾਂ ਪੜ੍ਹ ਕੇ ਦੇਖੋ। ਉਹਨੇ ਜੋ ਕੁਝ ਕੀਤਾ ਹੈ ਹਰ ਇੱਕ ਚੀਜ਼ ਦੇ ਨਾਲ ਉਹਨੇ ਆਪਣਾ ਨਾਮ ਨਹੀਂ ਜੋੜਿਆ।
ਹਾਂ, ਇਤਿਹਾਸਕਾਰਾਂ ਨੇ ਉਹਦੇ ਨਾਲ ਬੇਵਫਾਈ ਕੀਤੀ ਹੈ, ਇਹ ਇੱਕ ਵੱਖਰੀ ਗੱਲ ਹੈ ਕਿ ਉਹਨੂੰ ਕਿਤੇ ਆਖ ਦਿੱਤਾ ਕਿ ਉਸਨੇ ਵਿਆਹ ਕਰਵਾ ਲਏ, ਕਿਤੇ ਆਖ ਦਿੱਤਾ ਕੁਝ ਕਰਵਾ ਲਿਆ, ਉਹਦੇ ਨਾਲ ਬੜਾ ਕੁਝ ਐਸਾ ਕੀਤਾ ਹੈ। ਉਹ ਇੱਕ ਵੱਖਰਾ ਵਿਸ਼ਾ ਕਿ ਉਹਨਾਂ ਨੇ ਕਿਉਂ ਐਸਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੀਤਾ। ਉਹਦੇ ਕਈ ਕਾਰਨ ਨੇ, ਉਹਦੇ ਕਾਰਨ ਉਹ ਕੀ ਕਾਰਨ ਕੀ ਨੇ। ਇੱਕ ਤਾਂ ਉਸ ਨੇ ਉਸ ਵਕਤ ਦੀ ਜੰਮੀ ਹੋਈ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਹੜੀ ਸਰਕਾਰ 726 ਤੋਂ ਜੰਮੀ ਹੋਈ ਸੀ। ਮੁਗਲ ਸਲਤਨਤ ਦਾ ਇੱਥੇ ਜਿਹੜਾ ਦਬਦਬਾ ਸੀ 726 ਸਨ ਤੋਂ ਤੁਰਿਆ ਆ ਰਿਹਾ ਸੀ। 726 ਤੋਂ ਲੈ ਕੇ ਤੇ 1710 ਤੋਂ ਇਹ ਸੰਘਰਸ਼ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ ਸੀ। ਆਪ ਸੋਚ ਲਓ ਕਿੰਨੇ ਸਾਲ ਬਣਦੇ ਹਨ, ਭਾਵ ਪੂਰੇ 1000 ਸਾਲ ਦੇ ਲਗਭਗ ਦੀ ਇਹ ਜਿਹੜੀ ਗਾਥਾ ਹੈ। ਜਿਹੜੇ ਬੰਦੇ 1000 ਸਾਲ ਤੋਂ ਕਾਬਜ ਹੋਣ, ਜਿਨ੍ਹਾਂ ਦੀ 1000 ਸਾਲ ਤੋਂ ਜਿਨ੍ਹਾਂ ਦੇ ਸਾਹਮਣੇ ਕੋਈ ਖੜ ਨਾ ਸਕਿਆ ਹੋਏ, ਤੇ ਉਹਨਾਂ ਦੇ ਸਾਹਮਣੇ ਆ ਕੇ ਇੱਕ ਆਮ ਬੰਦਾ ਖੜ ਜਾਏ ਤੇ ਉਹਨਾਂ ਦੀ ਸਲਤਨਤ ਨੂੰ ਦਿਨਾਂ ਦੇ ਵਿੱਚ ਢਹਿ ਢੇਰੀ ਤਾਸ਼ ਦੀ ਪੱਤਿਆਂ ਦੀ ਤਰ੍ਹਾਂ ਕਰ ਦਏ, ਉਹ ਬੰਦੇ ਉਹਦੇ ਬਾਰੇ ਕਿਉਂ ਨਾ ਝੂਠ, ਕਿਉਂ ਨਾ ਪ੍ਰੋਪੇਗੈਂਡਾ ਕਰਨਗੇ। ਇਹ ਸਾਰਾ ਕੁਝ ਉਸ ਵੇਲੇ ਦੀ ਸਰਕਾਰ ਵੱਲੋਂ ਘੜਿਆ ਗਿਆ ਸੀ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਿੱਖਾਂ ਦੇ ਵਿੱਚੋਂ ਕੋਈ ਹੋਰ ਦੂਜਾ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਹੋਏ। ਇਸੇ ਕਰਕੇ ਕਿਤੇ ਕਹਿ ਦਿੱਤਾ ਉਹਨੇ ਵਿਆਹ ਕਰਵਾ ਲਏ, ਕਿਤੇ ਕਹਿ ਦਿੱਤਾ ਉਹ ਆਪ ਗੁਰੂ ਬਣ ਕੇ ਬਹਿ ਗਿਆ। ਇਹ ਸਾਰਾ ਕੁਝ ਉਹਨਾਂ ਦੇ ਵੱਲੋਂ ਕਰਵਾਇਆ ਗਿਆ। ਇਹ ਹਮੇਸ਼ਾ ਹੀ ਦੂਜੀ ਧਿਰ ਵੱਲੋਂ ਹੁੰਦਾ ਕਿ ਇਹਨਾਂ ਦੇ ਵਿੱਚ ਇਹਦੇ ਵਰਗਾ ਕੋਈ ਹੋਰ ਆਗੂ ਪੈਦਾ ਨਾ ਹੋਏ। ਇਹ ਹੁੰਦਾ ਹੈ, ਇਹ ਅੱਜ ਵੀ ਹੋ ਰਿਹਾ ਹੈ। ਜੇ ਕੋਈ ਬੰਦਾ ਚੱਜ ਦਾ ਕੰਮ ਦਾ ਕੋਈ ਇਸ ਤਰ੍ਹਾਂ ਦਾ ਪੈਦਾ ਹੁੰਦਾ ਹੈ ਤੇ ਉਹਦੇ ਬਾਰੇ ਅੱਜ ਵੀ ਆਪਾਂ ਇਸ ਤਰ੍ਹਾਂ ਦੀਆਂ ਰਾਵਾਂ ਸੁਣਦੇ ਹਾਂ। ਇਹ ਕੁਦਰਤੀ ਗੱਲ ਹੈ, ਇਹ ਸੁਭਾਅ ਬੰਦੇ ਦਾ। ਇਸਲਾਮ ਵਿੱਚ ਵੀ ਇਸ ਤਰ੍ਹਾਂ ਹੀ ਹੈ। ਜਿਹੜਾ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ, ਉਹਦੇ ਪਿੱਛੇ ਉਹਨਾਂ ਦੀ ਮਰਜ਼ ਇਹੀ ਸੀ। ਕਾਜ਼ੀਆਂ ਨੇ ਇਹ ਗੱਲ ਕਹੀ ਕਿ ਇਹਦਾ ਖੂਨ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ, ਕਿਉਂਕਿ ਉਹਨਾਂ ਦਾ ਮੰਨਣਾ ਸੀਗਾ ਕਿ ਐਸੇ ਪਾਕ ਬੰਦੇ ਦਾ ਖੂਨ ਜੇ ਧਰਤੀ ਤੇ ਡਿੱਗੇਗਾ ਤੇ ਇਹਦੇ ਵਰਗੇ ਜਿੰਨੇ ਬੂੰਦ ਕਤਰੇ ਧਰਤੀ ਤੇ ਡਿੱਗਣਗੇ ਉਨੇ ਬੰਦੇ ਪੈਦਾ ਹੋਣਗੇ। ਉਹਨਾਂ ਦਾ ਵੀ ਮੰਨਣਾ ਸੀ ਇਹ। ਯਾਸ਼ਾ ਕਾਨੂੰਨ ਦੇ ਤਹਿਤ ਉਹਨਾਂ ਨੇ ਸਾਰਾ ਕੁਝ ਕੀਤਾ। ਖੈਰ, ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਸਾਂ ਤੁਹਾਡੇ ਨਾਲ ਕਿ ਗੁਰਮੁਖ ਦਾ ਮੰਨਣਾ ਇਹ ਹੈ ਕਿ ਜੇ ਤਖਤ ਵੀ ਮਿਲਿਆ ਹੈ ਤੇ ਉਹ ਮੈਂ ਨਹੀਂ ਹਾਸਲ ਕੀਤਾ, ਉਹ ਤਖਤ ਵੀ ਤੇਰੀ ਵਡਿਆਈ ਹੈ। ਭਾਣੇ ਤਖਤ ਵਡਿਆਈਆਂ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਜਾਰੀ ਕੀਤਾ ਬਾਬੇ ਨਾਨਕ ਦੇ ਨਾਂ ਤੇ, ਆਪਣੇ ਨਾਂ ਤੇ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ। ਜੇ ਹੋਰ ਕੁਝ ਜੋ ਵੀ ਕੁਝ ਉਹਨਾਂ ਨੇ ਜਾਰੀ ਕੀਤਾ, ਸਾਰਾ ਕੁਝ ਕ੍ਰੈਡਿਟ ਜਿਹੜਾ ਹੈ ਉਹ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਨੂੰ ਦਿੱਤਾ ਕਿ ਮੇਰੇ ਚੋਂ ਵੁਕਤ ਨਹੀਂ ਸੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਭੇਖਿਆ ਸੇ ਫਿਰ ਗਰਭਾਸ ਨਾ ਭਰਿਆਰੇ। ਉਹ ਇਹ ਮੰਨ ਕੇ ਚੱਲਿਆ ਕਿ ਜੇ ਅੱਜ ਮੈਂ ਇਸ ਤਖਤ ਦਾ ਮਾਲਕ ਬਣਿਆ ਹਾਂ ਤੇ ਮੇਰੀ ਵੁਕਤ ਨਹੀਂ ਤੇ ਮੈਂ ਤੇ ਧੱਕਾ ਹੀ ਖਾਂਦਾ ਫਿਰ ਰਿਹਾ ਸਾਂ। ਕਦੀ ਕਿਸੇ ਗੁਰੂ ਦੇ ਦਰ ਤੇ ਜਾ ਕੇ ਬਹਿੰਦਾ ਸਾਂ, ਕਦੀ ਕਿਸੇ ਗੁਰੂ ਦੇ ਦਰ ਤੇ ਜਾ ਕੇ ਬਹਿੰਦਾ ਸਾਂ। ਕਿੰਨੇ ਗੁਰੂ ਬਦਲੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ, ਅਸੀਂ ਪਹਿਲਾਂ ਵੀ ਪੜ੍ਹਿਆ। ਇਸੇ ਕਰਕੇ ਉਹ ਇਸ ਗੱਲ ਨੂੰ ਦਿਲੋਂ ਸਮਝ ਗਿਆ। ਸੋ ਗੁਰੂ ਸਾਹਿਬ ਜ਼ਿਕਰ ਕਰਦੇ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਣੈ ਤਖਤ ਵਡਾਈਆਂ, ਤੇਰੇ ਭਾਣੇ ਵਿੱਚ ਜੋ ਤਖਤ ਮਿਲਿਆ ਹੈ ਇਹ ਮੇਰੀ ਵਡਿਆਈ ਨਹੀਂ, ਇਹ ਤੇਰੀ ਵਡਿਆਈ ਹੈ। ਤੂੰ ਮੈਨੂੰ ਇਹ ਵੁਕਤ ਬਖਸ਼ੀ ਹੈ, ਇਹ ਲਿਆਕਤ ਬਖਸ਼ੀ ਹੈ ਤੇ ਮੈਂ ਤਖਤ ਤੇ ਬੈਠਾ। ਇਹਦਾ ਭਾਵ ਅਸੀਂ ਕੀ ਲੈਣਾ ਕਿ ਸਾਨੂੰ ਜੇ ਕੋਈ ਪਦ ਮਿਲਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਮੇਰਾ ਕਰਕੇ ਮਿਲਿਆ ਹੈ, ਨਹੀਂ। ਇਹ ਪਦ ਤਾਂ ਮਿਲਿਆ ਕਿ ਉਸ ਵਾਹਿਗੁਰੂ ਨੇ ਮੈਨੂੰ ਉਹ ਗੁਣ ਬਖਸ਼ੇ ਨੇ ਤੇ ਮੈਂ ਉਸ ਲਾਇਕ ਹੋਇਆ ਹਾਂ। ਗੁਰਮੁਖ ਦੀ ਇਹ ਪ੍ਰਵਿਰਤੀ ਹੈ, ਇਹ ਬਿਰਤੀ ਹੈ। ਗੁਰਦੇਵ ਕਹਿੰਦੇ ਭਾਣੈ ਭੀਖ ਉਦਾਸ, ਤੇ ਜੇ ਕਿਤੇ ਮੈਨੂੰ ਭੀਖ ਵੀ ਮੰਗਣੀ ਪੈ ਜਾਏ, ਦੋਵੇਂ ਗੱਲਾਂ ਬਰਾਬਰ ਕਹੀਆਂ।